ਹੈਲੋ एवरीवन। ਅੱਜ ਅਸੀਂ ਆਪਾਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਗੀ ਦਾ ਲੈਕਚਰ 4 ਦੇਖ ਰਹੇ ਹਾਂ। ਦੈਨ ਤੁਹਾਨੂੰ ਕਿਹਾ ਸੀ ਮੈਂ ਕੁਝ ਲੈਕਚਰਸ ਤੱਕ MCQs ਕਰਾਣੇ ਨੇ, ਸੋ ਉਹੀ ਸੀਰੀਜ਼ ਆਪਣੀ ਚੱਲ ਰਹੀ ਹੈ। ਠੀਕ ਹੈ, ਇਹ MCQs ਕਰਾਉਣ ਦਾ ਕੀ ਮਤਲਬ ਹੈ, ਇਸ ਨਾਲ ਤੁਸੀਂ ਇੱਕ ਤਰੀਕੇ ਨਾਲ ਅੰਡਰਸਟੈਂਡ ਕਰ ਜਾਓਗੇ ਕਿ ਕੁਐਸਚਨ ਕਿਸ ਤਰ੍ਹਾਂ ਦੇ ਪੁੱਛੇ ਜਾਂਦੇ ਨੇ। ਕਿਤੇ ਸਾਨੂੰ ਆਪਣੀ ਕਾਮਨ ਸੈਂਸ ਲਾਉਣ ਦੀ ਲੋੜ ਹੈ, ਕਿਤੇ ਸਾਨੂੰ ਸਿਲੇਬਸ ਪੜ੍ਹਨ ਦੀ ਲੋੜ ਹੈ, ਕਿਤੇ ਸਾਡਾ ਜੋ ਪਾਸ ਜੋ ਅਸੀਂ ਪੜ੍ਹੇ ਹੋਏ ਹਾਂ ਦੈਨ ਕਲਾਸ 10 ਤੱਕ 12 ਤੱਕ ਉਹਦੀ ਓਬਜ਼ਰਵੇਸ਼ਨ ਜਿਹੜੀ ਹੋਏਗੀ ਉਹ ਉਰੇ ਇਹਨਾਂ MCQs ਵਿੱਚ ਕੰਮ ਆਏਗੀ। ਠੀਕ ਹੈ, ਤੁਹਾਨੂੰ ਆਪ ਹੀ ਪਤਾ ਲੱਗ ਰਿਹਾ ਹੋਣਾ, ਪਿਛਲੇ ਤੁਸੀਂ 2 ਲੈਕਚਰਸ ਤੋਂ ਤੁਸੀਂ ਦੇਖ ਰਹੇ ਹੋਣੇ ਕਿ MCQs ਕਿਸ ਤਰੀਕੇ ਨਾਲ ਕਰਾਏ ਜਾ ਰਹੇ ਨੇ। ਓਕੇ, ਸੋ ਬਾਕੀ ਬੱਚਿਆਂ ਦਾ ਕਹਿਣਾ ਸੀ ਕਿ ਪੰਜਾਬੀ ਲੈਂਗੁਏਜ ਜ਼ਿਆਦਾ ਕਰੋ। ਡਨ, ਤਾਂ ਮੈਂ ਨਾਲ ਪੰਜਾਬੀ ਬੋਲਦਾ ਹੀ ਜਾਵਾਂਗਾ, ਐਸਾ ਨਹੀਂ ਹੈ ਕਿ ਮੈਂ ਪੰਜਾਬੀ ਨਹੀਂ ਬੋਲ ਰਿਹਾ। ਹੁਣ ਜਿੱਥੇ ਕੁਐਸਚਨਸ ਤੁਸੀਂ ਦੇਖੋਗੇ ਤਾਂ ਬਿਲਕੁਲ ਹੀ ਸਿੰਪਲ ਲੈਂਗੁਏਜ ਪੁੱਛੇ ਹੋਏ ਆ, ਇੰਗਲਿਸ਼ ਵੀ ਬਿਲਕੁਲ ਹੀ ਸਿੰਪਲ ਐਨ ਸਿੰਪਲ ਕਿ ਜਿਸ ਤੁਹਾਨੂੰ ਸਮਝ ਆ ਜਾਏ। ਠੀਕ ਹੈ, ਹੁਣ ਇਹ ਤਾਂ ਹੈ ਨਹੀਂ ਕਿ ਜਿਵੇਂ ਸਪੋਜ਼ ਕਰੋ ਕਿ ਕੋਈ ਕੁਐਸਚਨ ਬਿਲਕੁਲ ਹੀ ਸਿੰਪਲ ਦਿੱਤਾ ਉਹਨੂੰ ਵੀ ਐਕਸਪਲੇਨ ਕਰਾਂ। ਓਕੇ, ਜਿੱਥੇ ਮੈਨੂੰ ਲੱਗੇਗਾ ਹਾਂ ਥੋੜ੍ਹਾ ਡਿਫੀਕਲਟ ਹੈ ਉੱਥੇ ਮੈਂ ਐਕਸਪਲੇਨ ਕਰ ਸਕਦਾ। ਠੀਕ ਹੈ, ਜਿਵੇਂ ਤੁਹਾਡੀ ਇਹ ਵੀ ਖੁਆਇਸ਼ ਸੀ ਕਿ ਤੁਸੀਂ ਪੰਜਾਬੀ ਲੈਂਗੁਏਜ, ਉਹ ਕੋਸ਼ਿਸ਼ ਕਰਾਂਗੇ ਕਿ ਅਸੀਂ ਪੰਜਾਬੀ ਲੈਂਗੁਏਜ ਲੈ ਕੇ ਆਈਏ। ਜਦੋਂ ਤੱਕ ਆਪਾਂ ਲੈ ਕੇ ਆਉਂਦੇ ਉਦੋਂ ਤੱਕ ਤੁਸੀਂ ਇਸ ਚੀਜ਼ 'ਚ ਪ੍ਰੈਕਟਿਸ ਕਰੋ। ਫਾਇਦਾ ਤਾਂ ਦੋਨੋਂ ਪਾਸੋਂ ਹੀ ਹੈ, ਭਾਵੇਂ ਤੁਸੀਂ ਪੰਜਾਬੀ 'ਚ ਕਰੋ ਭਾਵੇਂ ਤੁਸੀਂ ਇੰਗਲਿਸ਼ 'ਚ ਕਰੋ। ਠੀਕ ਹੈ, ਸੋ ਤੁਹਾਡੀ ਪ੍ਰੈਕਟਿਸ ਹੋਣੀ ਚਾਹੀਦੀ ਹੈ। ਸੋ ਮੈਨੂੰ ਪਿਛਲੇ 2 ਲੈਕਚਰਾਂ 'ਚੋਂ ਇਹ ਨਹੀਂ ਪਤਾ ਲੱਗਿਆ ਕਿ ਤੁਸੀਂ ਜਿਹੜੇ 50 ਕੁਐਸਚਨ ਦਾ ਅਟੈਂਪਟ ਦੇ ਰਹੇ ਹੋ ਉਸ 'ਚੋਂ ਤੁਹਾਡੇ ਕਿੰਨੇ ਕੁ ਠੀਕ ਨੇ। ਦੈਨ ਮੈਂ ਤੁਹਾਨੂੰ ਕਿਹਾ ਸੀ ਮੈਨੂੰ ਦੱਸਣਾ 50 ਤੁਹਾਡੇ 30 ਠੀਕ ਨੇ, 35 ਠੀਕ ਨੇ, 40 ਠੀਕ ਨੇ। ਦੈਨ ਉਸ ਤੋਂ ਇਲਾਵਾ ਜੇ ਤੁਸੀਂ ਮੇਰਾ ਕੰਮ ਦੇਖਣਾ ਚਾਹੁੰਦੇ ਹੋ ਦੈਨ ਤਾਂ ਆਲਰੇਡੀ YouTube ਗਿਲਸ ਮੈਂਟੋਰ ਚੈਨਲ, ਜਿਸ 'ਤੇ ਮੇਰੇ ਪਟਵਾਰੀ ਅਕਾਊਂਟ ਦਾ ਨਾਮ ਦੀ ਪਲੇਲਿਸਟ ਬਣੀ ਹੋਈ ਹੈ, ਜਿਸ ਦੇ ਮੇਰੇ 65 ਲੈਕਚਰਸ ਅਵੇਲੇਬਲ ਨੇ। ਦੈਨ ਉਹ ਤੁਸੀਂ ਮੇਰੇ ਲੈਕਚਰਸ ਦੇਖ ਸਕਦੇ ਹੋ। ਉਸ ਤੋਂ ਇਲਾਵਾ ਤੁਸੀਂ ਮੇਰੇ ਲੈਕਚਰਸ ਦੇਖਣੇ ਨੇ ਤਾਂ ਵਕਫ ਬੋਰਡ ਦੇ ਦੈਨ ਜਿਹੜਾ ਐਗਜ਼ਾਮ ਹੋਇਆ ਸੀ, ਜਿਹੜਾ ਕਈ ਬੱਚਿਆਂ ਦਾ ਹੋਣਾ ਹਾਲੇ, ਉਸ ਐਕਟ ਦੇ ਉੱਪਰ 16 ਲੈਕਚਰਸ ਮੇਰੇ ਅਵੇਲੇਬਲ ਨੇ। ਠੀਕ ਹੈ, ਐਕਟ ਜਿਹੜਾ 10 ਮਾਰਕਸ ਦਾ ਆਉਣਾ ਸੀ ਉਸ ਦੇ ਉੱਪਰ ਮੇਰੇ 16 ਲੈਕਚਰਸ ਅਵੇਲੇਬਲ ਨੇ, ਅਤੇ ਜਿਹੜੇ ਬੱਚਿਆਂ ਦਾ ਐਗਜ਼ਾਮ ਹੋ ਚੁੱਕਿਆ ਉਹਨਾਂ 16 ਲੈਕਚਰ ਵਿੱਚੋਂ ਸਿੱਧਾ ਡਾਇਰੈਕਟ 8 ਕੁਐਸਚਨ ਪੁੱਛੇ ਗਏ ਸੀ 10 ਵਿੱਚੋਂ। ਠੀਕ ਹੈ, ਉਹਨਾਂ ਬਾਰੇ ਵੀ ਮੈंने ਐਕਸਪਲੇਨ YouTube 'ਤੇ ਗਿਲਸ ਮੈਂਟੋਰ ਚੈਨਲ ਦੇ ਉੱਪਰ ਮੈंने ਕੀਤਾ ਹੋਇਆ ਹੈ। ਦੈਨ ਉਸ ਤੋਂ ਇਲਾਵਾ ਜਿਹੜਾ ਹੈੱਡ ਮਾਸਟਰ ਦੀ ਪੋਸਟ ਆਈ ਸੀ ਉਹਦੇ ਲਈ ਮੈंने ਕਾਫੀ ਲੈਕਚਰਸ ਬਣਾਏ ਸੀ ਅਤੇ ਉਸ ਵਿੱਚੋਂ ਕਾਫੀ ਕੁਐਸਚਨ ਪੁੱਛੇ ਗਏ ਸੀ। ਦੈਨ ਬਾਕੀ ਐਸਾ ਨਹੀਂ ਹੈ ਕਿ ਜੋ ਮੈंने ਆਪਣੇ ਵੱਲੋਂ ਫੁੱਲ ਤਿਆਰੀ ਕਰਵਾਈ ਸੀ, ਅਤੇ ਕੁਐਸਚਨਾਂ ਵਿੱਚ ਜਿਸ ਤਰੀਕੇ ਨਾਲ ਪੁੱਛਿਆ ਜਾਂਦਾ ਅਸੀਂ ਉਸ ਤਰੀਕੇ ਨਾਲ ਤੁਹਾਨੂੰ ਐਕਸਪਲੇਨ ਕਰਦੇ ਹਾਂ। ਠੀਕ ਹੈ ਨਾ, ਸੋ ਬਾਕੀ ਜੇ ਤੁਸੀਂ ਮੈਰਾਥਨ ਕਲਾਸਿਸ ਦੇਖੋਗੇ, ਸਕੀਮਸ ਦੀ ਕਲਾਸਿਸ ਪਈ ਹੋਈ ਹੈ ਮੈਰਾਥਨ। ਹੈ ਨਾ, ਹੁਣੇ ਪਿਛਲੇ ਕੁਝ ਦਿਨਾਂ ਵਿੱਚ ਸਕੀਮਸ ਦੇ ਉੱਪਰ ਮੈਰਾਥਨ ਕਲਾਸਿਸ ਪਾਈ ਗਈ ਸੀ। ਦੈਨ ਉਹ ਹਰੇਕ ਐਗਜ਼ਾਮ ਲਈ, ਐਸਾ ਨਹੀਂ ਹੈ ਕਿ ਉੱਥੇ ਜੇ ਹੈੱਡ ਮਾਸਟਰ ਲਿਖਿਆ ਤਾਂ ਹੋਰ ਕੋਈ ਬੱਚਾ ਨਹੀਂ ਦੇਖ ਸਕਦਾ। ਦੈਨ ਸਮਝ ਗਏ। ਉਸ ਤੋਂ ਇਲਾਵਾ ਐਜੂਕੇਸ਼ਨ ਪੋਲਿਸੀ ਤਾਂ ਇੰਨੀ ਬੈਸਟ ਹੈ ਕਿ ਤੁਸੀਂ ਉਸ ਦੀ ਮੈਰਾਥਨ ਕਲਾਸ ਦੇਖ ਸਕਦੇ ਹੋ। ਦੈਨ ਉਹ ਸਾਰੇ ਐਗਜ਼ਾਮਸ ਲਈ ਹੈ, ਉਹਦੀ ਹਿਸਟਰੀ ਤੋਂ ਲੈ ਕੇ ਮੈंने ਪ੍ਰੈਜੈਂਟ ਤੱਕ ਦੀ ਸਾਰੀ ਗੱਲ ਕੀਤੀ ਹੋਈ ਹੈ। ਦੈਨ ਉਸ ਬਾਰੇ ਵੀ ਤੁਸੀਂ ਗਿਲਸ ਮੈਂਟੋਰ ਚੈਨਲ 'ਤੇ ਮੇਰੇ ਸਾਰੇ ਲੈਕਚਰਸ ਅਵੇਲੇਬਲ ਨੇ। ਤੁਸੀਂ ਬਸ ਹੈੱਡ ਮਾਸਟਰ ਨਾਮ ਦਾ ਤੁਸੀਂ ਦੇਖੋਗੇ ਤਾਂ ਉਸ ਨੂੰ ਆਪਣੇ ਪਲੇਲਿਸਟ 'ਚ ਐਡ ਕਰ ਲੈਣਾ। ਠੀਕ ਹੈ, ਸੋ ਪਹਿਲਾ ਕੁਐਸਚਨ ਦੇਖੋ, ਸ਼ੁਰੂਆਤ ਕਰਦੇ ਹਾਂ। ਦ ਬੈਸਟ ਮੈਥਡ ਆਫ ਚੈਕਿੰਗ ਦੀ ਸਟੂਡੈਂਟ ਹੋਮਵਰਕ, ਦੱਸੋ ਕਿਹੜਾ ਮੈਥਡ ਹੋਏਗਾ। ਆਪਸ਼ਨ ਤੁਹਾਨੂੰ ਆਪ ਪੜ੍ਹਨੇ ਨੇ, ਕਿਉਂਕਿ ਜਿਹੜੇ ਬੱਚਿਆਂ ਨੂੰ ਪਤਾ ਹੋਏਗਾ ਉਹਨਾਂ ਨੂੰ ਪਤਾ ਹੀ ਹੈ ਕਿ ਮੈਂ ਤੁਹਾਡਾ ਵੀ ਪਾਰਟੀਸਪੇਟ ਕਰਵਾਉਣਾ ਹੀ ਹੁੰਦਾ, ਤੁਹਾਡੀ ਪ੍ਰੈਜ਼ੈਂਸ ਮੈਨੂੰ ਚਾਹੀਦੀ ਹੈ। ਸੋ ਮੈਨੂੰ ਉਰੇ ਦੱਸੋ ਕਿ ਬੈਸਟ ਮੈਥਡ ਕੀ ਹੈ। ਇਹਦਾ ਕੋਈ ਔਖਾ ਕੁਐਸਚਨ ਨਹੀਂ ਹੈ, ਇਹਦਾ ਆਂਸਰ ਆ ਜਾਏਗਾ ਆਪਣਾ ਟੂ ਚੈੱਕ ਬਾਈ ਦ ਟੀਚਰ ਹਿਮਸੈਲਫ ਇਨ ਅ ਰੈਗੂਲਰ ਵੇ। ਅਗਲਾ ਕੁਐਸਚਨ, ਹੂ ਇਜ਼ ਰਿਗਾਰਡਡ ਹੈਜ਼ ਦ ਫਸਟ ਟੀਚਰ ਆਫ ਦ ਚਾਈਲਡ, ਦੱਸੋ। ਹੈੱਡ ਮਾਸਟਰ ਹੁੰਦਾ, ਕਲਾਸ ਟੀਚਰ ਹੁੰਦਾ, ਮਦਰ ਹੁੰਦਾ, ਟਿਊਟਰ ਹੁੰਦਾ। ਇਹ ਵੀ ਕੋਈ ਔਖਾ ਕੁਐਸਚਨ ਨਹੀਂ ਹੈ, ਇਹਦਾ ਆਂਸਰ ਕੀ ਆ ਜਾਏਗਾ ਆਪਣਾ ਮਦਰ ਹੀ ਹੁੰਦੀ ਹੈ ਸਭ ਤੋਂ ਪਹਿਲੇ ਤੁਹਾਡੀ ਫਸਟ ਟੀਚਰ। ਠੀਕ ਹੈ, ਤਾਂ ਮੋਸਟ ਇੰਪੋਰਟੈਂਟ ਕੁਆਲਿਟੀ ਆਫ ਦਾ ਇਫੈਕਟਿਵ ਟੀਚਰ, ਸਭ ਤੋਂ ਬੈਸਟ ਕੁਆਲਿਟੀ ਜਿਹੜੀ ਇੰਪੋਰਟੈਂਟ ਕੁਆਲਿਟੀ ਕੀ ਹੁੰਦੀ ਇੱਕ ਇਫੈਕਟਿਵ ਟੀਚਰਸ ਦੀ। ਦੇਖੋ ਉਹਨੂੰ ਡੀਪ ਨੌਲੇਜ ਤਾਂ ਹੋਣੀ ਜ਼ਰੂਰੀ ਹੈ। ਡਨ, ਡਿਸਪਲਿਨ ਹੋਣਾ ਵੀ ਜ਼ਰੂਰੀ ਹੈ। ਠੀਕ ਹੈ, ਗੁੱਡ ਰੈਪਿਡ ਹੋਣਾ ਵੀ ਜ਼ਰੂਰੀ ਹੈ, ਬਟ ਮੇਨ ਗੱਲ ਉਹਨੂੰ ਮੋਟੀਵੇਟਰ ਹੋਣਾ ਜ਼ਰੂਰੀ ਹੈ, ਕਿਉਂਕਿ ਬੱਚਿਆਂ 'ਚ ਮੋਟੀਵੇਸ਼ਨ ਦੀ ਹੀ ਕਮੀ ਹੁੰਦੀ ਹੈ। ਬਾਕੀ ਚੀਜ਼ਾਂ ਤੋਂ ਆਪ ਸਿੱਖਦੇ ਪਹੁੰਚ ਜਾਂਦੇ ਆ। ਮੋਟੀਵੇਸ਼ਨ ਜਿਹੜੀ ਇੱਕ ਐਸੀ ਚੀਜ਼ ਹੁੰਦੀ ਹੈ ਜੋ ਇਨਸਾਨ ਨੂੰ ਇਮੋਸ਼ਨਲ ਇੰਟੈਲੀਜੈਂਟ ਬਣਾਉਂਦੀ ਹੈ। ਅਗਲਾ ਕੁਐਸਚਨ, ਅ ਗਰਲ ਸਟੂਡੈਂਟ ਸ਼ੋ ਦੀ ਟੈਲੈਂਟ ਐਂਡ ਇੰਟਰਸਟ ਇਨ ਸਾਇੰਸ ਬਟ ਹਰ ਪੇਰੈਂਟਸ ਆਰ ਪੁਸ਼ਿੰਗ ਹਰ ਟੂ ਟੇਕ ਦੀ ਹਿਊਮੈਨਿਟੀਜ਼ ਸਟਰੀਮ। ਠੀਕ ਹੈ, ਵਟ ਐਡਵਾਈਸ ਵੁਡ ਯੂ ਸੁਜੈਸਟ ਟੂ ਗਰਲ, ਕੀ ਐਡਵਾਈਸ ਕਰੋਗੇ। ਸੋਚੋ, ਆਪ ਸੋਚੋ, ਤੁਸੀਂ ਇਸ ਚੀਜ਼ 'ਚੋਂ ਲੰਘ ਕੇ ਨਿਕਲੇ ਹੋਏ ਹੋ, ਤੁਹਾਨੂੰ ਪਤਾ ਹੀ ਹੋਏਗਾ।
ਇਹਦਾ ਆਨਸਰ ਆ ਜਾਏਗਾ ਡੀ ਆਪਸ਼ਨ। ਡਨ। ਆਪਾਂ ਇਨਕਰੇਜ ਕਰਾਂਗੇ ਟੂ ਟਰਾਈ ਫॉर ਸਕੋਲरशिप सो दैट दे कैन स्टडी दी सब्जैक्ट ऑफ अवर इंटरस्ट। ठीक है। हाउ अ टीचर शुड बिहेव, हाउ अ टीचर, ਪਹਿਲੇ ਇਸ ਤੋਂ ਪਹਿਲੇ ਤੁਹਾਨੂੰ ਇੱਕ ਗੱਲ ਦੱਸਾਂ, ਉਰੇ ਮੈंने ਸਕੋਲरशिप ਦੀ ਗੱਲ ਕਿਉਂ ਕੀਤੀ। ਤੁਸੀਂ ਕਦੇ ਵੀ ਦੇਖੋ ਨਾ ਸਾਇੰਸ ਵਿੱਚ ਜਿਹੜੀ ਮਤਲਬ ਪੜ੍ਹਾਈ ਹੁੰਦੀ ਹੈ ਥੋੜੀ ਐਕਸਪੈਂਸਿਵ ਹੁੰਦੀ ਹੈ, ਤਾਂ ਕਦੀ ਪੇਰੈਂਟਸ ਇਸ ਤਰ੍ਹਾਂ ਦੀ ਗੱਲ ਕਰਦੇ ਨੇ। ਤਾਂ ਸਕੋਲरशिप ਇਸ ਐਸਾ ਚੀਜ਼ ਹੈ ਕਿ ਪੇਰੈਂਟਸ ਨੂੰ ਲੱਗਦਾ ਚਲੋ ਸਕੋਲरशिप ਤਾਂ ਲੱਗੀ ਹੋਈ ਹੈ, ਬੱਚਾ ਆਪਣੇ ਇੰਟਰਸਟ ਨਾਲ ਆਪਣੀ ਸਬਜੈਕਟ ਪੜ੍ਹ ਸਕਦਾ ਹੈ। ਓਕੇ। ਉਸ ਤੋਂ ਬਾਅਦ ਦੇਖੋ ਹਾਊ ਅ ਟੀਚਰ ਸ਼ੁੱਡ ਬਿਹੇਵ ਵਿਦ ਸਟੂਡੈਂਟਸ, ਕਿਸ ਤਰ੍ਹਾਂ ਬਿਹੇਵ ਕਰਦੇ, ਫਾਦਰ ਲਾਈਕ, ਫਰੈਂਡ ਲਾਈਕ, ਜਨਰਲ ਲਾਈਕ, ਐਲਡਰ ਲਾਈਕ, ਦੱਸੋ। ਇਹਦਾ ਆਨਸਰ ਆ ਜਾਏਗਾ ਆਪਣਾ ਬੀ ਆਪਸ਼ਨ। ਠੀਕ ਹੈ, ਫਰੈਂਡ ਲਾਈਕ। ਅਗਲਾ ਕੁਐਸਚਨ, ਟੀਚਿੰਗ ਲਰਨਿੰਗ ਪ੍ਰੋਸੈਸ ਫੰਡਾਮੈਂਟਲੀ ਕੰਪਲੀਟਡ ਇਨ, ਕਿੱਥੇ ਕੰਪਲੀਟ ਹੁੰਦੀ ਹੈ, ਕਲਾਸਰੂਮ, ਸਕੂਲ, ਸੋਸਾਇਟੀ, ਹੋਮ। ਜੇ ਕੁਝ ਕੁਐਸਚਨ ਰਿਪੀਟ ਹੋ ਜਾਣ ਤਾਂ ਤੁਹਾਡਾ ਹੀ ਫਾਇਦਾ, ਤੁਹਾਨੂੰ ਤੁਸੀਂ ਪੱਕੇ ਹੋ ਜਾਓਗੇ। ਠੀਕ ਹੈ, ਦੱਸੋ। ਇਹਦਾ ਆਨਸਰ ਆ ਜਾਏਗਾ ਆਪਣਾ ਕਲਾਸਰੂਮ। ਠੀਕ ਹੈ। ਉਸ ਤੋਂ ਬਾਅਦ ਸਮੋਲੈਸਟ ਯੂਨਿਟ ਆਫ ਮੀਨਿੰਗ ਇਨ ਅ ਲੈਂਗੁਏਜ ਇਜ਼, ਦੱਸੋ। ਸਮੋਲੈਸਟ ਯੂਨਿਟ ਆਫ ਮੀਨਿੰਗ ਇਨ ਅ ਲੈਂਗੁਏਜ ਇਜ਼ ਕੀ ਹੋਏਗਾ। ਇਹਦਾ ਆਨਸਰ ਕੀ ਆ ਜਾਏਗਾ ਆਪਣਾ ਬੀ ਆਪਸ਼ਨ। ਕੀ ਆ ਜਾਏਗਾ ਬੀ ਆਪਸ਼ਨ। ਅਗਲਾ ਕੁਐਸਚਨ ਦੇਖੋ, ਅ ਚਾਈਲਡ ਆਫ 16 ਈਅਰਸ ਸਕੋਰਸ 75 ਇਨ ਦਾ ਆਈਕਿਊ ਟੈਸਟ, ਤੇ ਇਹਦੀ ਮੈਂਟਲ ਏਜ ਕਿੰਨੀ ਹੋਏਗੀ। ਇਹ ਮੈਂ ਕਰਾ ਚੁੱਕਾ ਵੈਸੇ ਤੁਹਾਨੂੰ, ਮਗਰ ਤੁਹਾਡੇ ਲਈ ਪ੍ਰੈਕਟਿਸ ਹੈ। ਇਹਦਾ ਆਨਸਰ ਆ ਜਾਏਗਾ ਆਪਣਾ 12 ਸਾਲ। ਗਿਫਟਡ ਸਟੂਡੈਂਟਸ ਕੀ ਹੁੰਦੇ ਆ, ਦੱਸੋ। ਉਹ ਇੰਡੀਪੈਂਡੈਂਟ ਹੁੰਦੇ ਆ ਇਨ ਦੇਅਰ ਜਜਮੈਂਟਸ। ਡਨ। ਅਗਲਾ ਕੁਐਸਚਨ, ਵਿਚ ਵਨ ਆਫ ਦਾ ਫੋਲੋਇੰਗ ਐਗਜ਼ਾਮਪਲ ਆਫ ਦੀ ਫਾਈਨ ਮੋਟਰ ਸਕਿੱਲ, ਦੱਸੋ। ਇਹ ਵੀ ਤੁਹਾਨੂੰ ਮੈਂ ਕਰਾਇਆ ਹੋਇਆ। ਰਾਈਟਿੰਗ। ਡਨ। ਕੀ ਹੋਏਗਾ ਰਾਈਟਿੰਗ। ਡਨ। ਉਸ ਤੋਂ ਬਾਅਦ ਅਗਲਾ ਕੁਐਸਚਨ, ਇਨ ਆਰਡਰ ਟੂ ਇਨਸਟਿਲ ਅ ਪੋਜ਼ਿਟਿਵ ਇਨਵਾਇਰਮੈਂਟ ਇਨ ਅ ਪ੍ਰਾਇਮਰੀ ਕਲਾਸ, ਟੀਚਰ ਸ਼ੁੱਡ ਕੀ ਕਰੇਗੀ ਉਹ। ਕੋਈ ਡਿਸਕ੍ਰਿਮੀਨੇਟ ਨਹੀਂ ਕੀਤਾ ਜਾਏਗਾ, ਸੈੱਟ ਫॉर ਸੇਮ ਫॉर ਐਵਰੀ ਚਾਈਲਡ। ਠੀਕ ਹੈ, ਓਕੇ। अगला क्वेश्चन देखो, मोस्ट साइकोलॉजिस्ट बिलीव दैट डेवलपमेंट इज ड्यू, दसो। इसका आंसर क्या आएगा अपना टू एन इंटरैक्शन ऑफ द नेचर एंड नर्चर। ठीक है, इन्होंने दोनों के इंटरैक्शन नाल ही डेवलपमेंट हो सकती है। ठीक है। अ नॉर्मल चाइल्ड ऑफ 12 ईयर्स ऑफ एज इज मोस्ट लाइकली टू, आंसर क्या आएगा डी ऑप्शन, बी ईगर फॉर पीयर अप्रूवल। अगला क्वेश्चन, द रीजन वाई स्टूडेंट्स रन फॉर होम स्कूल इज, क्यों भजते हैं स्कूल, मतलब तो बच्चे जड़े हैं स्कूल तो क्यों भज रहे हो। ਤੁਹਾਡਾ ਵੀ ਕਿੱਥੇ ਨਾ ਕਿੱਥੇ ਰਿਹਾ ਹੋਣਾ ਐਕਸਪੀਰੀਅੰਸ ਬਚਪਨ 'ਚ। ਇਹਦਾ ਆਨਸਰ ਆ ਜਾਏਗਾ ਡੀ ਆਪਸ਼ਨ। ਠੀਕ ਹੈ। ਸੋ ਇਸਦਾ ਤਾਂ ਤੁਹਾਨੂੰ ਆਨਸਰ ਦੇ ਦੀ ਲੋੜ ਨਹੀਂ, ਤੁਹਾਨੂੰ ਪਤਾ ਹੀ ਹੋਏਗਾ। ਇਫ ਸਮ ਸਟੂਡੈਂਟਸ ਆਰ ਨੋਟ ਇਨ ਅ ਮੂਡ ਆਫ ਸਟੱਡੀ ਇਨ ਦ ਕਲਾਸ ਯੂ ਵਿਲ, ਕੀ ਕਰੋਗੇ ਤੁਸੀਂ, ਸੋਚੋ। ਇਹਦਾ ਹੋਏਗਾ ਟੈਲ ਦੈਮ ਸਮ ਇੰਟਰਸਟਿੰਗ ਥਿੰਗਸ ਰਿਲੇਟਡ ਟੂ देयर इंटरेस्ट और योर ओन सब्जेक्ट। ठीक है। ओनाइजमिक थ्योरीज ऑफ डेवलपमेंट होल्ड एट, मैं ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਥਿਊਰੀਜ਼ ਕਰਾਵਾਂਗਾ, ਤੁਹਾਨੂੰ ਜਿਸ ਥਿਊਰੀ ਬਾਰੇ ਪਤਾ ਲੱਗ ਰਿਹਾ ਉਹ ਵੈਲ ਐਂਡ ਗੁੱਡ ਹੈ ਐਮਸੀਕਿਊਜ਼ ਦੁਆਰਾ। ਤਾਂ ਦੱਸੋ ਮੈਨੂੰ ਕਿਹੜਾ ਆਪਸ਼ਨ ਲੱਗ ਰਿਹਾ ਤੁਹਾਨੂੰ। ਇਹਦਾ ਆਨਸਰ ਕੀ ਆ ਜਾਏਗਾ ਆਪਣਾ ए ऑप्शन आ जाएगा। ਕਿਹੜਾ ਆਨਸਰ ਆ ਜਾਏਗਾ ए ऑप्शन। अगला क्वेश्चन देखो, द करंट मूवमेंट ऑफ बिहेवियर मॉडिफिकेशन वेयर इन द टोकन्स आर अवॉर्डेड फॉर करेक्ट रिस्पॉन्सेस इज द रिफ्लेक्शन ऑफ, दसो। ये होएगा सी ऑप्शन, थॉर्नडाइक लॉ ऑफ इफेक्ट। डन। द सक्सैस ऑफ इंटीग्रेटेड एजुकेशन डिपेंड किस ते करता है, इंटीग्रेटेड जी एजुकेशन होंगी वो जी सक्सैस होंगी किस ते डिपेंड करती है। बी ऑप्शन आ जाएगा एक्सीलेंस ऑफ टेक्स्ट बुक। अगला क्वेश्चन, नॉन वर्बल टेस्ट ऑफ इंटैलिजेंस इज सूटेबल फॉर, दसो। सोचो ध्यान नाल ऑब्जर्व करो। नॉन वर्बल ये तिना ਲਈ ਹੋਏਗੀ, लिटरेट्स ਲਈ भी, बैकवर्ड चिल्ड्रन ਲਈ भी, डीफ एंड डम्ब ਲਈ भी, ऑल ऑफ दिस आ जाएगा। ठीक है। अगला क्वेश्चन, डैश इज अ कैपेसिटी टू अक्वायर एंड अप्लाई नॉलेज,
पूरे डैश आएगा वैसे, केड़ा ऑप्शन लग रहा है? इंटैलीजेंस, ठीक है। अगला क्वेश्चन, इंटैलीजेंट टेस्टिंग इज यूजफुल फॉर नोइंग, जी इंटैलीजेंट टेस्टिंग होंगी है काहदे लई यूजफुल होंगी है, की सानू जानने को मिलता? सानू ਉਹਦੇ इंडिविजुअल डिफरेंस बारे पता लगता है, मैंटल रिटार्डेशन बारे पता लगता है, एजुकेशन बैकवर्ड्स बारे पता लगता है, तीनों चीज़ों बारे पता लग जाता कि आखिर किहड़े थां ते किस तरह तरीके नाल खड़ा है, तो डी ऑप्शन आ जाएगा। अगला क्वेश्चन, हू इज़ द फादर ऑफ थ्योरी ऑफ मल्टीपल इंटैलीजेंस, ये भी तुहानूं मैं दस्सिया होया, ये फादर काफ़ी बारे पूछा जाता है, ठीक है, किहड़ी थ्योरी का कौन फादर है, मतलब जिसने शुरुआत की, तो ये आएगा आंसर गार्डनर। हाउ द स्टूडेंट शुड बी मोटिवेटेड टू गैट सक्सैस इन लाइफ, दसो किहड़ा ऑप्शन लग रहा है? इसका आंसर आएगा इंटेंसिव स्टडी। अगला क्वेश्चन, चाइल्ड डेवलपमेंट इज डिफाइंड एज द फील्ड ऑफ स्टडी डेट, इसका आंसर आ जाएगा अपना डी ऑप्शन, ठीक है। अगला क्वेश्चन, दी इन सर्विस टीचर, ठीक है, इनू कट लो, सर्विस ट्रेनिंग कैन बी मेड मोर इफेक्टिव बाय, किवें इफेक्टिव हो सकती है? ऑप्शन पढ़ो। मोर इफेक्टिव तां ही हो सकती है जैसे अपडेटेड रहोगे, अपडेटेड किवें रहोगे जो थोड़ी ट्रेनिंग होंदी रहेगी, तो प्रैक्टिस ट्रेनिंग फॉलो अप प्रोसीजर, डन। अगला क्वेश्चन, विच ऑफ द फॉलोइंग इज नॉट अ करैक्टरिस्टिक फीचर ऑफ द इंट्रिंसिकली मोटिवेटेड चिल्ड्रन, साहब जी गल है कि वो हरेक टाइम सक्सीड नहीं कर सकते, ठीक है। लर्नर शुड, दसो लर्नर्स शुड नॉट बी इनकरेज टू, केड़ा इसका आंसर की आएगा? डी आंसर, ठीक है। अगला क्वेश्चन, अ पर्सन बिलीव दैट नर्चर स्ट्रॉन्गली इन्फ्लुएंस द डेवलपमेंट ऑफ हिज चाइल्ड, ही वुड नॉट अग्री विद द इंपोर्टेंस ऑफ, दसो नर्चर सब तो बेस्ट चीज़ होंगी है, तो सानू किस वाल ध्यान नहीं देना चाहिए? जेनेटिक फैक्टर्स उपर, ठीक है। नर्चर नाल कोई भी इंसान बहुत अच्छा बन सकता है अपनी लाइफ में। अ स्टूडेंट इन योर क्लास हैज़ कंसिस्टेंटली बीन परफॉर्मिंग पोअरली इन वन सब्जैक्ट, बट शुड यू डू, की करोगे तुसी जे एज अ तुसी टीचर हो, तुसी की करोगे? इसका आंसर आ जाएगा अपना बी ऑप्शन, ठीक है। उस तो बाद क्योंकि सानू तो पहले उस तो पहले ये पता करना है ना कि आखिर च प्रॉब्लम की है, कितने उन्हें डिफिकल्टी पैदा हो रही है, ठीक है। फिर टेस्ट लिया जाएगा, डायग्नोस्टिक टेस्ट लिया जाएगा। सिंगल फैक्टर थ्योरी ऑफ इंटैलीजेंस वाज गिवन बाय, किन्ने दी सी ये थ्योरी, किन्ने दी है? इसका आंसर आ जाएगा अल्फ्रेड बिनेट ने, डन। अगला क्वेश्चन, ऑल ऑफ द फॉलोइंग कैन बी साइंस दैट द चाइल्ड इज गिफ्टेड एक्सेप्ट, दसो किहड़े किहड़े साइन होंगे हैं जो मतलब एक गिफ्टेड चाइल्ड ही कहाया जाता है, बट उरे ये पूछा है कि इन्हें चार ऑप्शन जो ऐसा एक साइन नहीं किया जाता उस बच्चे लिए कि वह गिफ्टेड चाइल्ड है। अन इज रिलेशनशिप विद द पीयर्स, ये एक रिपीट क्वेश्चन है क्योंकि मैं तुम्हें बार बार ता करा रहा कि ऐसे क्वेश्चन बार बार पूछे जाते हैं, तुम्हें पता होना चाहिए। द नॉर्मल 12 ईयर ओल्ड चाइल्ड इज मोस्ट लाइकली टू बी ईगर फॉर पीयर अप्रूवल, डन। अगला क्वेश्चन, यू फाइंड अ स्टूडेंट टू बी इंटेलिजेंट, यू विल, मोटिवेट करोगे ताकि हो प्रोग्रेस कर सके, ठीक है। अगला क्वेश्चन, विच ऑफ द फॉलोइंग इज नॉट अ साइन ऑफ रीडिंग डिफिकल्टी अमंग द यंग चिल्ड्रंस, डिफिकल्टी इन, दसो अंडरस्टैंड वर्ड एंड आइडियाज, ठीक है। अगला क्वेश्चन, यू फाइंड अ स्टूडेंट टू बी इंटेलिजेंट, यू विल, ये रिपीट हो गया, ये रहने देना। अगला क्वेश्चन, द टर्म आइडेंटिकल एलिमेंट्स इज क्लोजली एसोसिएटेड विद, ट्रांसफर ऑफ लर्निंग। प्राइमरी एजुकेशन कितने हेल्प करता है, इनू कट देना, कितने हेल्प करता है? ऑप्शन पढ़ो। प्राइमरी एजुकेशन हेल्प्स, कितने हेल्प करेगा?
तीनों चीज़ों हेल्प करेगा ना, सोशलाइजेशन उपर भी, डेमोक्रेटाइजेशन उपर भी, इन कोर्स अंडरस्टैंडिंग भी, देन ऑल ऑफ दिस। चाइल्ड ग्रोथ हैज़ प्रोसीडिंग थ्रू ऑर्गेनाइज सीक्वेंस ऑफ द स्टेजेस डिवाइडेड रफली बाय एज इन व्यू। दसो किस दी एज बारे उन्हें गल आखी है, मतलब किन्ने के है चीज़। इसका आंसर आ जाएगा अपना बी ऑप्शन। अगला क्वेश्चन, द डेवलपमेंट दैट प्रोसीड फ्रॉम द सेंटर टू द फेरी पेरीफेरी इज टर्म्ड हैज। इसका आंसर आ जाएगा अपना प्रोक्सिमो डिस्टल। ठीक है। अगला क्वेश्चन, ऑल ऑफ द फॉलोइंग एट एडवांस प्रिंसिपल्स ऑफ, सॉरी वो प्रिंसिपल्स लिखा है, प्रिंसिपल्स आएगा, प्रिंसिपल्स ऑफ चाइल्ड डेवलपमेंट दैट आर क्लोजली अलाइड टू द स्टिमुलस रिस्पॉन्स लर्निंग थ्योरी एक्सेप्ट। दसो चलो ये ਤੁਹਾਡੇ ਲਈ ਹੋਮਵਰਕ ਹੈ, ਤੁਹਾਨੂੰ ਆਪ ਦੱਸਣਾ ਮੈਨੂੰ। ਠੀਕ ਹੈ। ਅਗਲਾ ਕੁਐਸਚਨ, ਅ ਮੇਜਰ ਸਟਰੈਂਥ ਆਫ ਦ ਇਕੋਲੋਜੀਕਲ ਥਿਊਰੀਜ਼ framework for explaining। इसका आंसर आएगा अफेक्टिव प्रोसेस इन डेवलपमेंट। अगला क्वेश्चन, अ पर्सन बिलीव डैट नर्चर स्ट्रॉन्गली इन्फ्लुएंस द डेवलपमेंट ऑफ हिज चाइल्ड ही वुड नॉट अग्री विद द इंपोर्टेंस ऑफ। दसो ये तुहानूं मैं कराया होनी वैसे, साफ जी गल है, जेनेटिक फैक्टर्स उपर आपां ने ध्यान नहीं देना। हाउ विल यू ब्रिंग अ हाइपर एक्टिव चाइल्ड ऑन द राइट पाथ। दसो साहब जी गल है, अपन टास्क देने पैणगे, वाटरिंग ट्रीज, क्लीनिंग द ब्लैक बोर्ड, मेकिंग टॉयस ऑफ क्ले। ठीक है। द करंट व्यू ऑफ द चाइल्डहुड एज्यूम डैट। चाइल्ड की एक तरह का यूनीक है पीरियड ऑफ ग्रोथ एंड चेंज। ठीक है। मोस्ट इंपोर्टेंट वर्क ऑफ टीचर इज, थोड़े हिसाब से तुहानूं की लगता है, ये होएगा अपना ए ऑप्शन। डन। अगला क्वेश्चन, अ टीचर शुड भी होनेस्ट होना चाहिए, डिलीजेंट होना चाहिए, ड्यूटीफुल होना चाहिए, पंचुअल होना चाहिए। टीचर हमेशा अपनी ड्यूटी में हमेशा निभाने का उसका सब तो पहला काम होंगे। डन। सो सी ऑप्शन। दसो 47 क्वेश्चन का आंसर है, दसो मैनू। क्वेश्चन मैं दोबारा पढ़ता, अ टीचर कैन मेक प्रॉब्लम सॉल्विंग फन फॉर स्टूडेंट्स बाय डूइंग ऑल द फॉलोइंग एक्सेप्ट। ऐसे किहड़ी चीज़ नहीं करेगा टीचर। टी ऑप्शन। डन। एक्सपैक्टिंग परफेक्शन फ्रॉम स्टूडेंट्स, ऐसी चीज़ कभी भी नहीं होती टीचर। डन। while they are trying to do things by themselves। अगला क्वेश्चन, इन preparing a 5th grade class to take a standardized reading test the teacher is best advice to, की बेस्ट एडवाइस देगा। इसका आंसर आ जाएगा अपना डी ऑप्शन। अगला क्वेश्चन, चाइल्ड डेवलपमेंट इज डिफाइंड एज अ फील्ड ऑफ स्टडी डैट। इसका आंसर क्या आ जाएगा अपना डी ऑप्शन। ठीक है। अकाउंट फॉर द ग्रेजुएट इवैल्यूएशन ऑफ द चाइल्ड कॉग्निटिव सोशल एंड अदर कैपेसिटीज। आज दा लास्ट क्वेश्चन, क्वेश्चनिंग इन द क्लासरूम। दसो की करता है, क्लैरीफाई करेगा सब्जैक्ट मैटर में। ठीक है। हमेशा क्वेश्चनिंग करना इसका मतलब थोड़ी डेवलपमेंट हो रही है। देन तुम मेरे लैक्चर्स देख रहे हो, तुम क्वेश्चन नहीं कर रहे तो प्रॉब्लम हो सकती है। जो तुम्हें समझ आ रहा अलग चीज़ है, जो तुम्हें क्वेश्चन नहीं हो रहा तो तुम्हें चैक करना चाहिए अपने आप में, क्वेश्चन आना बहुत जरूरी है। ठीक है। ताई तुम डिवेलप करोगे। ओके। सो थैंक यू वेरी मच। डन। मैं थोड़ा जिहा फास्ट तां बोलदा क्योंकि MCQs ने। डन। इस विच तुहाडा माइंड जल्दी चलना चाहिए, जिन्ना तुसीं जल्दी सोचोगे उन्ना ही करैक्ट आंसर दोगे, नहीं तो कितने वो हो सकता, कन्फ्यूज हो सकते हो। डन। ठीक है फ्रेंड्स। सो थैंक यू, टेक केयर।